ਤਾਂ 12ਵਾਂ ਪ੍ਰਸ਼ਨ ਆਪਣੇ ਕੋਲ ਹੈਗਾ ਕਿ ਮੈਂਡਲੀਵ ਦੀ ਆਵਰਤੀ ਸਾਰਣੀ ਦੇ ਵਰਗੀਕਰਨ ਦਾ ਆਧਾਰ ਕੀ ਹੈ। ਤਾਂ ਜੇ ਤੁਹਾਨੂੰ ਮੈਂਡਲੀਵ ਦੀ ਆਵਰਤੀ ਸਾਰਣੀ ਦਿਖਾਵਾਂ ਤਾਂ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਆਹ ਮੈਂਡਲੀਵ ਦੀ ਆਵਰਤੀ ਸਾਰਣੀ ਹੈ, ਜਿਸ ਦੇ ਵਿੱਚ ਕਿ ਜੇ ਆਪਾਂ ਕਿਸੇ ਇੱਕ ਪੀਰੀਅਡ ਦੀ ਗੱਲ ਕਰੀਏ ਤਾਂ ਜਿਵੇਂ ਆਹ ਵਾਲਾ ਦੂਸਰਾ ਪੀਰੀਅਡ ਹੈ, ਲੀਥੀਅਮ ਦਾ ਪਰਮਾਣੂ ਪੁੰਜ 6.9 ਹੈ, ਬਰੀਲੀਅਮ ਦਾ 9 ਹੈ, ਬੋਰੋਨ ਦਾ 10 ਹੈ, ਕਾਰਬਨ ਦਾ 12 ਹੈ, ਜਿਹੜਾ ਆਪਣੇ ਨਾਈਟ੍ਰੋਜਨ ਆ ਉਹਦਾ 14 ਹੈ, ਆਕਸੀਜਨ ਦਾ ਲਗਭਗ 16 ਹੈ। ਤਾਂ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਪਰਮਾਣੂ ਪੁੰਜ ਆ ਵੱਧ ਰਿਹਾ, ਐਵੇਂ ਅਗਲਿਆਂ ਦੇ ਵਿੱਚ ਵੀ ਪਰਮਾਣੂ ਪੁੰਜ ਵੱਧ ਰਿਹਾ ਹੈਗਾ। ਤਾਂ ਇਸ ਕਰਕੇ ਮੈਂਡਲੀਵ ਦੀ ਆਵਰਤੀ ਸਾਰਣੀ ਦਾ ਜਿਹੜਾ ਵਰਗੀਕਰਨ ਦਾ ਆਧਾਰ ਸੀਗਾ ਉਹ ਕੀ ਸੀਗਾ, ਪਰਮਾਣੂ ਪੁੰਜ ਦਾ ਵਾਧਾ ਕ੍ਰਮ। ਤਾਂ 12ਵੇਂ ਦਾ ਉੱਤਰ ਈਡੀ ਹੈ। ਇਸੇ ਤਰ੍ਹਾਂ 13ਵਾਂ ਪ੍ਰਸ਼ਨ ਹੈ ਕਿ ਨਿਊਲੈਂਡ ਦਾ ਅਸ਼ਟਕ ਨਿਯਮ ਕਿਸ ਤੱਤ ਤੱਕ ਲਾਗੂ ਹੁੰਦਾ ਹੈ। ਤਾਂ ਨਿਊਲੈਂਡ ਦਾ ਅਸ਼ਟਕ ਨਿਯਮ ਕੀ ਸੀਗਾ, ਮੈਂ ਤੁਹਾਨੂੰ ਸਾਰਣੀ ਦਿਖਾ ਕੇ ਉਸ ਬਾਰੇ ਦੱਸਦਾ ਹਾਂ। ਨਿਊਲੈਂਡ ਨੇ ਇੱਕ ਸਾਰਣੀ ਬਣਾਈ ਸੀ ਜਿਸ ਦੇ ਅਨੁਸਾਰ ਉਹਨੇ ਕਿਹਾ ਸੀਗਾ ਕਿ ਜਿਵੇਂ ਸੰਗੀਤ ਦੇ 7 ਸੁਰ ਹੁੰਦੇ ਆ, ਸਾ ਰੇ ਗਾ ਮਾ ਪਾ ਧਾ ਨੀ, ਉਹ ਦੁਬਾਰਾ ਫਿਰ ਸਾ 'ਤੇ ਆ ਜਾਂਦਾ ਹੈ, ਮਤਲਬ ਨੀ ਤੋਂ ਬਾਅਦ ਦੁਬਾਰਾ ਫਿਰ ਸਾ ਆ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਹੜੇ ਤੱਤ ਹੈ ਜਦੋਂ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਸਾਰਣੀ ਦੇ ਵਿੱਚ ਪਾਇਆ ਜਾਂਦਾ ਤਾਂ ਪਹਿਲੇ ਤੱਤ ਦੇ ਗੁਣ ਹਮੇਸ਼ਾ 8ਵੇਂ ਤੱਤ ਦੇ ਗੁਣ ਹਮੇਸ਼ਾ ਪਹਿਲੇ ਤੱਤ ਦੇ ਗੁਣ ਦੇ ਨਾਲ ਰਲਣਗੇ। ਇਹ ਨਿਊਲੈਂਡ ਨੇ ਆਪਣੀ ਸਾਰਣੀ ਵਿੱਚ ਕਿਹਾ ਸੀ। ਪਰ ਆਪਾਂ ਨੂੰ ਪ੍ਰਸ਼ਨ 'ਚ ਪੁੱਛਿਆ ਕਿ ਨਿਊਲੈਂਡ ਦਾ ਅਸ਼ਟਕ ਨਿਯਮ ਕਿਸ ਤੱਤ ਤੱਕ ਲਾਗੂ ਹੁੰਦਾ ਹੈ। ਨਿਊਲੈਂਡ ਨੇ ਇਹ ਸਾਰਣੀ ਜ਼ਰੂਰ ਬਣਾਈ, ਉਹਦੇ ਵਿੱਚ ਸਾਰੇ ਤੱਤ ਸ਼ਾਮਲ ਕਰਤੇ, ਪਰ ਸਿਰਫ ਅਤੇ ਸਿਰਫ ਕੈਲਸ਼ੀਅਮ ਤੱਕ ਹੀ ਇਹ ਅਸ਼ਟਕ ਨਿਯਮ ਜਿਹੜਾ ਉਹ ਸਹੀ ਲਾਗੂ ਹੁੰਦਾ ਸੀ। ਬਾਕੀ ਤੱਤ ਜਿਹੜੇ ਹੈਗੇ ਆ ਅਗਾਂਹ ਜਿਹੜੇ ਜਿੰਨੇ ਵੀ ਆ ਜਾਂਦੇ ਆ ਉਹਨਾਂ ਸਾਰਿਆਂ 'ਤੇ ਇਹ ਅਸ਼ਟਕ ਦਾ ਸਿਧਾਂਤ ਲਾਗੂ ਨਹੀਂ ਹੋਇਆ ਸੀਗਾ। ਇਸ ਕਰਕੇ ਜਿਹੜਾ ਆਪਣਾ ਪ੍ਰਸ਼ਨ ਪੁੱਛਿਆ ਗਿਆ ਹੈ ਕਿ ਨਿਊਲੈਂਡ ਦਾ ਅਸ਼ਟਕ ਨਿਯਮ ਕਿਸ ਤੱਤ ਤੱਕ ਲਾਗੂ ਹੁੰਦਾ ਹੈ, ਤਾਂ ਉਸ ਦਾ ਉੱਤਰ ਆੜਾ ਭਾਗ ਹੈ, ਭਾਵ ਕੈਲਸ਼ੀਅਮ ਤੱਕ। 13ਵੇਂ ਦਾ ਆੜਾ। ਇਸੇ ਤਰ੍ਹਾਂ ਤੁਹਾਨੂੰ ਜੇ ਮੈਂ ਦੱਸਾਂ ਤਾਂ 14ਵਾਂ ਪ੍ਰਸ਼ਨ ਆਪਾਂ ਨੂੰ ਪੁੱਛਿਆ ਗਿਆ ਕਿ ਹੇਠ ਲਿਖਿਆ ਤੱਤਾਂ ਵਿੱਚੋਂ ਡਬਰਨੀਅਰ ਦੀ ਤਿੱਕੜੀ ਚੁਣੋ। ਹੁਣ ਡਬਰਨੀਅਰ ਦੀ ਤਿੱਕੜੀ ਬਾਰੇ ਤੁਹਾਨੂੰ ਸਮਝਾ ਦਾਂ। ਪਹਿਲਾਂ ਤਾਂ ਇਹਦੇ ਵਿੱਚ ਤੱਤ ਦੇਖ ਲਓ, ਜਿਵੇਂ ਲੀਥੀਅਮ ਹਾਈਡਰੋਜਨ ਅਤੇ ਪੋਟਾਸ਼ੀਅਮ ਹੈ, ਦੂਸਰੇ 'ਤੇ ਲੀਥੀਅਮ ਸੋਡੀਅਮ ਅਤੇ ਪੋਟਾਸ਼ੀਅਮ ਹੈ, ਤੀਸਰੇ ਨੰਬਰ 'ਤੇ ਲੀਥੀਅਮ ਸੋਡੀਅਮ ਅਤੇ ਕੈਲਸ਼ੀਅਮ ਹੈ, ਚੌਥੇ 'ਤੇ ਲੀਥੀਅਮ ਕੈਲਸ਼ੀਅਮ ਅਤੇ ਪੋਟਾਸ਼ੀਅਮ ਹੈ। ਤਾਂ ਇਹਦੇ 'ਚੋਂ ਸਹੀ ਉੱਤਰ ਜਿਹੜਾ ਹੈਗਾ ਆੜਾ ਆਊਗਾ, ਲੀਥੀਅਮ ਸੋਡੀਅਮ ਅਤੇ ਪੋਟਾਸ਼ੀਅਮ। ਇਹ ਕਿਉਂ ਆਊਗਾ ਇਹਦੇ ਬਾਰੇ ਮੈਂ ਤੁਹਾਨੂੰ ਕੈਲਕੂਲੇਟ ਵੀ ਕਰਕੇ ਦੱਸਦਾ। ਤਾਂ ਕੀ ਹੈਗਾ ਕਿ ਜਿਹੜਾ ਲੀਥੀਅਮ ਹੈ ਉਸ ਦਾ ਜਿਹੜਾ ਆਪਣੇ ਕੋਲੇ ਪਰ ਅਸਲ 'ਚ ਜਿਹੜੀ ਡਬਰਨੀਅਰ ਦੀ ਤਿੱਕੜੀ ਸੀਗੀ ਉਹਦੇ 'ਚ ਕੀ ਸੀਗਾ ਕਿ 3 ਤੱਤ ਲੈ ਲੈਂਦੇ ਸੀ। ਜਿਵੇਂ ਆਪਣੇ ਕੋਲੇ ਤਿੱਕੜੀ ਤੁਹਾਨੂੰ ਮੈਂ ਦੱਸੀ ਹੈ, ਲੀਥੀਅਮ ਹੈ, ਸੋਡੀਅਮ ਹੈ ਅਤੇ ਪੋਟਾਸ਼ੀਅਮ ਹੈ। ਇਹ ਇੱਕ ਤਿੱਕੜੀ ਹੈ, ਤਿੱਕੜੀ ਉਹਨਾਂ ਨੇ ਬਣਾਈ ਹੁੰਦੀ ਸੀਗੀ ਡਬਰਨੀਅਰ ਨੇ। ਤਾਂ ਉਹਦੇ 'ਚ ਕੀ ਕਰਦਾ ਸੀਗਾ ਕਿ ਉਹ ਡਬਰਨੀਅਰ ਨੇ ਕੀ ਕੀਤਾ ਕਿ ਇਹਨਾਂ ਤਿੰਨਾਂ ਦੇ ਪਰਮਾਣੂ ਪੁੰਜ ਲੈ ਲਏ। ਜਿਵੇਂ ਲੀਥੀਅਮ ਦਾ ਪਰਮਾਣੂ ਪੁੰਜ ਸੀਗਾ 6.9, ਜਿਹਨੂੰ ਆਪਾਂ ਲਗਭਗ 7 ਵੀ ਗਿਣ ਸਕਦੇ ਹਾਂ, ਅਤੇ ਸੋਡੀਅਮ ਦਾ ਪਰਮਾਣੂ ਪੁੰਜ ਕੀ ਸੀਗਾ 23, ਅਤੇ ਪੋਟਾਸ਼ੀਅਮ ਦਾ ਪਰਮਾਣੂ ਪੁੰਜ ਸੀਗਾ 39। ਤਾਂ ਡਬਰਨੀਅਰ ਦੇ ਅਨੁਸਾਰ ਕੀ ਸੀਗਾ ਕਿ ਤਿੱਕੜੀ ਦੇ ਦੋਨੇ ਤਿੱਕੜੀ ਦਾ ਜਿਹੜਾ ਵਿਚਾਲੜਾ ਤੱਤ ਹੈਗਾ ਉਸ ਦਾ ਪਰਮਾਣੂ ਪੁੰਜ ਆਸ-ਪਾਸ ਵਾਲੇ ਦੋਨਾਂ ਤੱਤਾਂ ਦੇ ਪੁੰਜ ਦਾ ਮੱਧਮਾਨ ਹੋਵੇਗਾ। ਜਿਵੇਂ ਹੁਣ ਇਹਦਾ ਪਰਮਾਣੂ ਪੁੰਜ ਸੀਗਾ 7, ਇਹਦਾ ਪਰਮਾਣੂ ਪੁੰਜ ਸੀਗਾ 39, ਤਾਂ 39 ਅਤੇ 7 ਨੂੰ ਜਦੋਂ ਜੋੜਿਆ ਤਾਂ ਆਇਆ 46, ਤਾਂ ਮੱਧਮਾਨ ਕੀ ਸੀਗਾ 46/2, ਤਾਂ ਇਹ ਕਿੰਨਾ ਆ ਗਿਆ 23 ਆ ਗਿਆ। ਤਾਂ ਇਹੀ ਜਿਹੜਾ ਹੈਗਾ ਮੱਧ ਵਾਲੇ ਤੱਤ ਦਾ ਪਰਮਾਣੂ ਪੁੰਜ ਆਇਆ ਸੀ। ਤਾਂ ਇਸ ਤਰ੍ਹਾਂ ਜਿਹੜੀ ਹੈ ਉਹਨੇ ਡਬਰਨੀਅਰ ਨੇ ਆਪਣੀ ਤਿੱਕੜੀ ਚੁਣੀ ਸੀਗੀ। ਉਹਨੇ ਹਮੇਸ਼ਾ ਦੱਸਿਆ ਸੀ ਕਿ ਵਿਚਕਾਰਲੇ ਤੱਤ ਦਾ ਪਰਮਾਣੂ ਪੁੰਜ ਜਿਹੜਾ ਵਿਚਕਾਰਲਾ ਤੱਤ ਹੈ ਦੂਜੇ 2 ਤੱਤਾਂ ਦੇ ਪਰਮਾਣੂ ਪੁੰਜ ਦਾ ਲਗਭਗ ਮੱਧਮਾਨ ਹੁੰਦਾ ਹੈ। ਤਾਂ ਇਹਦੇ ਅਨੁਸਾਰ ਆਪਣੇ ਕੋਲੇ ਇੱਥੇ ਕਿਹੜੇ ਤੱਤ ਹੈ, ਲੀਥੀਅਮ ਸੋਡੀਅਮ ਅਤੇ ਪੋਟਾਸ਼ੀਅਮ। ਤਾਂ ਆਪਣਾ ਉੱਤਰ ਵੀ ਜਿਹੜਾ ਆਵੇਗਾ ਇਹਦੇ ਵਿੱਚ ਕਿਹੜਾ ਆਵੇਗਾ ਕਿ ਹੇਠ ਲਿਖਿਆ ਤੱਤਾਂ ਵਿੱਚੋਂ ਡਬਰਨੀਅਰ ਦੀ ਤਿੱਕੜੀ ਚੁਣੋ, ਤਾਂ ਇਹਦਾ ਉੱਤਰ ਆ ਜਾਏਗਾ ਆੜਾ। ਜਦ ਕਿ ਬਾਕੀ ਤਿੰਨੋਂ ਦੇ ਤਿੰਨੋਂ ਐਪਲੀਕੇਬਲ ਨਹੀਂ ਹੋਣਗੇ ਇਸ ਦੇ ਉੱਤੇ, ਤਾਂ ਇਸ ਲਈ 14ਵੇਂ ਦਾ ਉੱਤਰ ਆੜਾ ਹੈਗਾ।
ਹੁਣ ਆਪਾਂ ਨੂੰ 15ਵਾਂ ਪ੍ਰਸ਼ਨ ਦੱਸਿਆ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ ਨੋਬਲ ਗੈਸਾਂ ਦਾ ਹੈ। ਹੁਣ ਜਿਹੜੀ ਆਧੁਨਿਕ ਆਵਰਤੀ ਸਾਰਨੀ ਹੈ ਉਹਦਾ ਜਿਹੜਾ 18ਵਾਂ ਗਰੁੱਪ ਹੈ ਉਹ ਨੋਬਲ ਗੈਸਾਂ ਦਾ ਹੈ। ਹੁਣ ਆਪਾਂ ਦੇਖਾਂਗੇ ਇਹਦੇ 'ਚ ਆਪਸ਼ਨਾਂ ਕਿਹੜੀਆਂ ਕਿਹੜੀਆਂ। ਹੀਲੀਅਮ, ਲੀਥੀਅਮ, ਆੜਾ ਦੇ ਵਿੱਚ ਫਲੋਰੀਨ ਅਤੇ ਨਿਓਨ ਹੈ। ਤੀਸਰੇ ਵਿੱਚ ਹੀਲੀਅਮ ਤੇ ਆਰਗਨ ਹੈ। ਚੌਥੇ ਵਿੱਚ ਆਰਗਨ ਤੇ ਕਲੋਰੀਨ ਹੈ। ਹੁਣ ਇਹਨਾਂ ਚਾਰਾਂ ਆਪਸ਼ਨਾਂ ਦੇ ਵਿੱਚ ਕਿਸੇ ਵਿੱਚ ਇੱਕ ਨੋਬਲ ਗੈਸ ਦਿੱਤੀ ਹੈ, ਕਿਸੇ ਵਿੱਚ ਆਪਾਂ ਉਹ ਚੁਣਨਾ ਹੈ ਜਿਹਦੇ ਵਿੱਚ ਪੂਰੀ ਸਹੀ ਆਪਾਂ ਨੂੰ ਨੋਬਲ ਗੈਸ ਦੱਸੀ ਹੈਗੀ ਉਹਨਾਂ ਨੇ। ਤਾਂ ਆਪਾਂ ਚਿੱਤਰ ਦੇ ਅਨੁਸਾਰ ਦੇਖਦੇ ਹਾਂ ਕਿ ਆਪਣੇ ਕੋਲ ਆਧੁਨਿਕ ਆਵਰਤੀ ਸਾਰਨੀ ਦਾ ਚਿੱਤਰ ਹੈਗਾ। ਤਾਂ ਆਹ ਜਿਹੜਾ 18ਵਾਂ ਗਰੁੱਪ ਹੈਗਾ ਇਹ ਸਾਰੇ ਦਾ ਸਾਰਾ ਗਰੁੱਪ ਨੋਬਲ ਗੈਸਾਂ ਦਾ ਹੈ। ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਆਪਣੇ ਕੋਲ ਇੱਥੇ ਹੀਲੀਅਮ ਹੈਗਾ, ਨਿਓਨ ਹੈਗਾ, ਆਰਗਨ ਹੈਗਾ। ਸਿਰਫ ਇੱਥੋਂ ਤੱਕ ਯਾਦ ਕਰਨ ਦੀ ਲੋੜ ਹੈ। ਵੈਸੇ ਅੱਗੇ ਕ੍ਰਿਪਟੋਨ ਵੀ ਹੈਗਾ, ਜ਼ੀਨੋਨ ਵੀ ਹੈਗਾ, ਆਪਣੇ ਕੋਲ ਰੈਡੋਨ ਵੀ ਹੈਗਾ। ਤਾਂ ਆਪਣੇ ਕੋਲ ਆਪਸ਼ਨਾਂ ਵਿੱਚ ਇੱਕ ਥਾਂ 'ਤੇ ਹੀਲੀਅਮ ਤੇ ਆਰਗਨ ਇਕੱਠਾ ਆਇਆ ਸੀਗਾ। ਜਿੱਥੇ ਹੀਲੀਅਮ ਤੇ ਆਰਗਨ ਇਕੱਠਾ ਆਇਆ ਉਹੀ ਆਪਣਾ ਸਹੀ ਉੱਤਰ ਹੈ। ਤਾਂ ਇਸ ਲਈ ਜਿਹੜਾ 15ਵੇਂ ਦਾ ਉੱਤਰ ਹੋਵੇਗਾ ਉਹ ਕੀ ਹੋਵੇਗਾ, ਈਡੀ। ਤਾਂ 17ਵਾਂ ਪ੍ਰਸ਼ਨ ਆਪਾਂ ਨੂੰ ਪੁੱਛਿਆ ਕਿ ਗਰੁੱਪ 1, ਗਰੁੱਪ 2 ਅਤੇ ਗਰੁੱਪ 3 ਦੀ ਸੰਯੋਜਕਤਾ ਕ੍ਰਮਵਾਰ ਕਿੰਨੀ ਹੋਵੇਗੀ। ਤਾਂ ਹੁਣ ਆਪਾਂ ਆਧੁਨਿਕ ਆਵਰਤੀ ਸਾਰਨੀ ਵੀ ਦੇਖਾਂਗੇ ਅਤੇ ਇਹਨੂੰ ਕੈਲਕੂਲੇਟ ਵੀ ਕਰਕੇ ਦੇਖਾਂਗੇ। ਤਾਂ ਹੁਣ ਮੈਂ ਪਹਿਲਾਂ ਗਰੁੱਪ 1 ਵੱਲ ਆ ਰਿਹਾ। ਗਰੁੱਪ 1 ਜੇ ਆਪਾਂ ਦੇਖਿਆ ਆਹ ਆਪਣਾ ਪਹਿਲਾ ਗਰੁੱਪ ਹੈ, ਆਹ ਆਪਣਾ ਦੂਸਰਾ ਗਰੁੱਪ ਹੈ, ਆਹ ਆਪਣਾ ਤੀਸਰਾ ਗਰੁੱਪ ਹੈ। ਆਪਾਂ ਪਹਿਲੇ ਗਰੁੱਪ ਦੇ ਮੈਂਬਰ ਦੀ ਗੱਲ ਕਰੀਏ, ਜਿਵੇਂ ਹਾਈਡਰੋਜਨ ਹੈ। ਹਾਈਡਰੋਜਨ ਦੇ ਬਾਹਰੀ ਸ਼ੈੱਲ ਦੇ ਵਿੱਚ ਇੱਕ ਇਲੈਕਟ੍ਰੋਨ ਹੈ। ਤਾਂ ਇਹਦੀ ਸੰਯੋਜਕਤਾ ਕਿੰਨੀ ਹੋਈ, 1। ਸੰਯੋਜਕਤਾ ਕਿੰਨੀ ਹੁੰਦੀ ਹੈ, ਬਾਹਰੀ ਸ਼ੈੱਲ ਦੇ ਵਿੱਚ ਜਿੰਨੇ ਇਲੈਕਟ੍ਰੋਨ ਹੋਣ, ਜੇ ਉਹ 4 ਤੋਂ ਵੱਧ ਹੈ ਤਾਂ ਉਹਨਾਂ ਨੂੰ 8 ਵਿੱਚੋਂ ਘਟਾ ਦਈਦਾ। ਸੰਯੋਜਕਤਾ ਬਾਰੇ ਕਲੀਅਰ ਕੱਟ ਇੰਸਟਰਕਸ਼ਨ ਹੈ ਕਿ ਜੇ ਬਾਹਰਲੇ ਸ਼ੈੱਲ ਦੇ ਵਿੱਚ 1 ਤੋਂ ਲੈ ਕੇ 4 ਤੱਤ ਹੈਗੇ ਹੈ ਤਾਂ ਸੰਯੋਜਕਤਾ 1 ਤੋਂ ਲੈ ਕੇ 4 ਤੱਕ ਹੋ ਸਕਦੀ ਹੈ, ਹੋਵੇਗੀ। ਪਰ ਜੇ ਬਾਹਰਲੇ ਸ਼ੈੱਲ ਦੇ ਵਿੱਚ 5 ਤੋਂ ਲੈ ਕੇ 8 ਇਲੈਕਟ੍ਰੋਨ ਹੋਣ ਤਾਂ ਉਸ ਦੀ ਸੰਯੋਜਕਤਾ ਕੀ ਹੋਵੇਗੀ, 8 ਘਟਾਓ 5 ਤੋਂ ਲੈ ਕੇ 8 ਤੱਕ। ਮਤਲਬ ਜੇ ਬਾਹਰਲੇ ਸ਼ੈੱਲ 'ਚ 5 ਇਲੈਕਟ੍ਰੋਨ ਹੈ ਤਾਂ ਉਸ ਦੀ ਸੰਯੋਜਕਤਾ ਕੀ ਹੋਵੇਗੀ, 8 - 5 ਬਰਾਬਰ 3। ਜੇ ਬਾਹਰਲੇ ਸ਼ੈੱਲ 'ਚ 6 ਇਲੈਕਟ੍ਰੋਨ ਹੈ, ਸੰਯੋਜਕਤਾ ਹੋਵੇਗੀ 8 - 6 ਬਰਾਬਰ 2। ਜੇ ਬਾਹਰਲੇ ਸ਼ੈੱਲ 'ਚ 7 ਇਲੈਕਟ੍ਰੋਨ ਹੈ ਤਾਂ 8 - 7 ਸੰਯੋਜਕਤਾ ਹੋਈ 1। ਜੇ ਬਾਹਰਲੇ ਸ਼ੈੱਲ 'ਚ 8 ਇਲੈਕਟ੍ਰੋਨ ਹੈ ਤਾਂ 8 - 8 ਬਰਾਬਰ 0, ਭਾਵ ਸੰਯੋਜਕਤਾ 0 ਹੋਵੇ। ਤਾਂ ਹੁਣ ਆਪਾਂ ਨੂੰ ਪਹਿਲੇ 3 ਗਰੁੱਪਾਂ ਬਾਰੇ ਪੁੱਛਿਆ ਇਹਨਾਂ ਨੇ। ਹੁਣ ਪਹਿਲੇ ਗਰੁੱਪ ਦੇ ਵਿੱਚ ਹਾਈਡਰੋਜਨ ਹੈ ਪਹਿਲਾ ਮੈਂਬਰ, ਤਾਂ ਉਸ ਦੀ ਸੰਯੋਜਕਤਾ ਕਿੰਨੀ ਹੈ, 1। ਦੂਸਰੇ ਗਰੁੱਪ ਦੇ ਵਿੱਚ ਬਰੀਲੀਅਮ ਹੈ। ਬਰੀਲੀਅਮ ਦਾ ਪਰਮਾਣੂ ਅੰਕ ਹੁੰਦਾ 4। ਤਾਂ ਇਸ ਦੀ ਕੀ ਹੋਵੇਗੀ, ਪਰਮਾਣੂ ਅੰਕ 4 ਹੈ ਤਾਂ ਇਸ ਦੀ ਜਿਹੜੀ ਸੰਯੋਜਕਤਾ ਹੈ ਉਹ ਕਿੰਨੀ ਹੋਵੇਗੀ, 2,2 ਇਲੈਕਟ੍ਰੋਨੀ ਤਰਤੀਬ। ਬਾਹਰਲੇ ਸ਼ੈੱਲ 'ਚ 2 ਇਲੈਕਟ੍ਰੋਨ ਹੈ ਤਾਂ ਇਹਦੀ ਸੰਯੋਜਕਤਾ ਕਿੰਨੀ ਹੋਈ, 2। ਇਸੇ ਤਰ੍ਹਾਂ ਤੀਸਰੇ ਨੰਬਰ 'ਤੇ ਆਪਾਂ ਨੂੰ ਜਿਹੜਾ ਤੀਸਰਾ ਗਰੁੱਪ ਹੈ ਉਹਦੇ 'ਚ ਪਹਿਲਾ ਮੈਂਬਰ ਹੈਗਾ ਸਕੈਂਡੀਅਮ। ਸਕੈਂਡੀਅਮ ਦਾ ਪਰਮਾਣੂ ਅੰਕ ਹੈਗਾ 21। ਤਾਂ ਆਪਾਂ 21 ਦੇ ਹਿਸਾਬ ਨਾਲ ਦੇਖਾਂਗੇ ਕੀ ਆਉਂਦਾ ਆਪਣੇ ਕੋਲ। 21 ਦੀ ਇਲੈਕਟ੍ਰੋਨੀ ਤਰਤੀਬ ਕੀ ਹੋਵੇਗੀ, 2,8,8,3, ਕਿਉਂਕਿ 2 + 8 ਬਰਾਬਰ 10, 10 + 8 18, 18 3 21। ਤਾਂ ਬਾਹਰਲੇ ਸ਼ੈੱਲ 'ਚ 3 ਇਲੈਕਟ੍ਰੋਨ ਹੋ ਗਏ। ਤਾਂ ਸੰਯੋਜਕਤਾ ਕੀ ਹੋਈ, ਪਹਿਲੇ 3 ਗਰੁੱਪਾਂ ਦੀ ਕ੍ਰਮਵਾਰ 1 2 3। ਤਾਂ ਇਸ ਲਈ ਆਪਣਾ ਜਿਹੜਾ ਸਹੀ ਉੱਤਰ ਹੋਵੇਗਾ ਇਸ ਦਾ 17ਵੇਂ ਦਾ ਆੜਾ ਆਵੇਗਾ, ਕਿਉਂਕਿ ਆੜਾ ਵਿੱਚ 1 2 3 ਲਿਖਿਆ ਹੈਗਾ। ਤਾਂ ਇਸ ਤੋਂ ਬਾਅਦ 'ਚ ਆਪਾਂ ਨੂੰ 18ਵਾਂ ਪ੍ਰਸ਼ਨ ਦੱਸਿਆ ਗਿਆ ਕਿ
ਹੇਠ ਲਿਖਿਆ ਤੱਤਾਂ ਵਿੱਚੋਂ ਕਿਹੜੇ ਤੱਤ ਅਧਾਤਾਂ ਹਨ। ਆਪਾਂ ਅਧਾਤਾਂ ਦੀ ਗੱਲ ਕਰਨੀ ਹੈ। ਇੱਥੇ ਆਪਣੇ ਕੋਲ 4 ਆਪਸ਼ਨਾਂ ਹੈਗੀਆਂ, ਜਿਸ ਵਿੱਚ ਕਲੋਰੀਨ, ਬੈਰੀਲੀਅਮ, ਆਇਓਡੀਨ ਅਤੇ ਕਾਰਬਨ। ਇਸੇ ਤਰ੍ਹਾਂ ਆਪਾਂ ਨੂੰ ਇਹਨਾਂ ਨੇ ਦੱਸਿਆ ਹੈਗਾ ਫਲੋਰੀਨ ਅਤੇ ਕਲੋਰੀਨ। ਇਸੇ ਤਰ੍ਹਾਂ ਬ੍ਰੋਮੀਨ ਅਤੇ ਸੋਡੀਅਮ ਹੈ। ਹੁਣ ਮੈਂ ਤੁਹਾਨੂੰ ਚਿੱਤਰ ਦਿਖਾਉਂਦਾ ਆਧੁਨਿਕ ਆਵਰਤੀ ਸਾਰਣੀ ਦਾ, ਉਹਦੇ 'ਚ ਤੁਸੀਂ ਆਪੇ ਨਿਰਧਾਰਿਤ ਕਰੋ ਕਿਹੜੀਆਂ ਅਧਾਤਾਂ ਹੈਗੀਆਂ। ਜਿਵੇਂ ਇੱਕ ਆਪਸ਼ਨ ਆਪਣੇ ਕੋਲ ਆਈ ਸੀ ਆਇਓਡੀਨ ਅਤੇ ਕਾਰਬਨ। ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਜਿਹੜੀਆਂ ਆਹ ਆਧੁਨਿਕ ਆਵਰਤੀ ਸਾਰਣੀ ਵਿੱਚ ਪੀਲੇ ਰੰਗ ਦੀਆਂ ਦਿਸ ਰਹੀਆਂ ਤੁਹਾਨੂੰ, ਇਹ ਸਾਰੀਆਂ ਅਧਾਤਾਂ। ਇੱਕ ਇੱਧਰਲੇ ਪਾਸੇ ਵੀ ਆ ਜਿਹੜੀ ਹਾਈਡਰੋਜਨ ਹੈ, ਇਹ ਵੀ ਅਧਾਤ ਹੈਗੀ ਹੈ। ਹੀਲੀਅਮ ਵੀ ਅਧਾਤ ਹੈ। ਤਾਂ ਇਹਦੇ ਵਿੱਚ ਆਪਣੇ ਕੋਲ ਆਇਓਡੀਨ ਵੀ ਆ ਰਿਹਾ ਅਤੇ ਕਾਰਬਨ ਵੀ ਆ ਰਿਹਾ। ਇਸ ਕਰਕੇ ਜਿਹੜੀ ਆਪਣੀ ਸਹੀ ਉੱਤਰ 18ਵੇਂ ਦਾ ਹੈਗਾ, ਉਹ ਹੈਗਾ ਆੜਾ, ਭਾਵ ਆਇਓਡੀਨ ਅਤੇ ਕਾਰਬਨ। ਤਾਂ ਇਸੇ ਤਰ੍ਹਾਂ ਸਲਫਰ ਜਿਹੜਾ ਹੈਗਾ, 19ਵਾਂ ਪ੍ਰਸ਼ਨ ਆਪਣੇ ਕੋਲ ਕਿ ਸਲਫਰ ਦੀ ਇਲੈਕਟ੍ਰੋਨੀ ਤਰਤੀਬ ਦੱਸਣੀ ਆਪਾਂ। ਸਲਫਰ ਦੀ ਇਲੈਕਟ੍ਰੋਨੀ ਤਰਤੀਬ। ਹੁਣ ਉਹਦੇ ਵਿੱਚ ਆਪਾਂ ਨੂੰ ਇਲੈਕਟ੍ਰੋਨੀ ਤਰਤੀਬ ਦੇ ਵਿੱਚ ਕੀ ਦਰਜ ਕੀਤਾ ਜਾਂਦਾ ਕਿ ਪਹਿਲੇ ਨੰਬਰ 'ਤੇ ਜਿਹੜਾ ਲਿਖਿਆ ਜਾਂਦਾ ਹੈਗਾ ਇਸ ਵਿੱਚ, ਉਹ ਹੁੰਦਾ ਪਹਿਲੇ ਸ਼ੈੱਲ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ। ਦੂਸਰੇ ਨੰਬਰ 'ਤੇ ਲਿਖਿਆ ਜਾਂਦਾ ਜਿਹੜਾ ਇਸ ਵਿੱਚ, ਜਿਵੇਂ ਹੁਣ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲੇ ਨੰਬਰ 'ਤੇ 2 ਲਿਖਿਆ ਹੋਇਆ, ਇਹ ਪਹਿਲੇ ਸ਼ੈੱਲ ਵਿੱਚ ਇਲੈਕਟ੍ਰੋਨ ਦੀ ਸੰਖਿਆ। ਦੂਸਰੇ 'ਚ 8 ਲਿਖਿਆ ਹੋਇਆ, ਦੂਸਰੇ ਸ਼ੈੱਲ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ। ਤੀਸਰੇ ਨੰਬਰ 'ਤੇ 7 ਲਿਖਿਆ ਹੋਇਆ, ਤੀਸਰੇ ਸ਼ੈੱਲ ਵਿੱਚ ਇਲੈਕਟ੍ਰੋਨ ਦੀ ਸੰਖਿਆ। ਤਾਂ ਸਲਫਰ ਦਾ ਜਿਹੜਾ ਪਰਮਾਣੂ ਅੰਕ ਹੈ ਉਹ 16 ਹੁੰਦਾ ਹੈ, ਅਤੇ ਉਸ ਦੀ ਇਲੈਕਟ੍ਰੋਨਿਕ ਤਰਤੀਬ ਕੀ ਹੋਵੇਗੀ 2,8,6। 2 + 8 10, 10 + 6 16। ਤਾਂ ਇਸ ਲਈ 19ਵੇਂ ਦਾ ਉੱਤਰ ਜਿਹੜਾ ਹੈਗਾ ਆੜਾ ਆਵੇਗਾ ਇੱਥੇ ਸਹੀ ਉੱਤਰ। ਤਾਂ 20ਵਾਂ ਪ੍ਰਸ਼ਨ ਹੈ, ਆਪਾਂ ਨੂੰ ਪੁੱਛਿਆ ਗਿਆ ਕਿ ਹੇਠਾਂ ਲਿਖਿਆ ਤੱਤਾਂ ਵਿੱਚੋਂ ਕਿਸ ਤੱਤ ਦਾ ਪਰਮਾਣੂ ਆਕਾਰ ਸਭ ਤੋਂ ਵੱਡਾ ਹੈ। ਤਾਂ ਆਪਣੇ ਕੋਲੇ ਕ੍ਰਮਵਾਰ ਪਹਿਲੇ ਨੰਬਰ 'ਤੇ ਹਾਈਡਰੋਜਨ ਲਿਖਿਆ, ਦੂਸਰੇ 'ਤੇ ਲੀਥੀਅਮ ਲਿਖਿਆ, ਤੀਸਰੇ 'ਤੇ ਸੋਡੀਅਮ ਲਿਖਿਆ, ਚੌਥੇ 'ਤੇ ਪੋਟਾਸ਼ੀਅਮ ਲਿਖਿਆ। ਤਾਂ ਪਰਮਾਣੂ ਆਕਾਰ ਬਾਰੇ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ ਜਦੋਂ ਆਪਾਂ ਗਰੁੱਪ ਵਿੱਚ ਉੱਪਰੋਂ ਹੇਠਾਂ ਜਾਂਦੇ ਹਾਂ ਤਾਂ ਪਰਮਾਣੂ ਆਕਾਰ ਵੱਧਦਾ ਹੈ। ਉਹਦਾ ਚਿੱਤਰ ਵੀ ਮੈਂ ਬਣਾਇਆ ਸੀਗਾ, ਜਿਵੇਂ ਆ ਪਹਿਲੇ ਨੰਬਰ 'ਤੇ ਦਿਖਾਇਆ ਸੀਗਾ ਆਪਣਾ ਹਾਈਡਰੋਜਨ ਦਾ ਪਰਮਾਣੂ ਆਕਾਰ, ਆ ਲੀਥੀਅਮ ਦਾ ਦਿਖਾਇਆ ਸੀਗਾ, ਉਸ ਤੋਂ ਬਾਅਦ 'ਚ ਆਹ ਸੋਡੀਅਮ ਦਾ ਦਿਖਾਇਆ ਸੀ। ਅਤੇ ਪੋਟਾਸ਼ੀਅਮ ਦੇ ਵਿੱਚ ਕੀ ਹੈਗਾ ਕਿ ਪੋਟਾਸ਼ੀਅਮ ਦੇ ਵਿੱਚ ਜਿਹੜੇ ਆ ਕੇਂਦਰਕ ਹੈ, ਪਹਿਲਾ ਸ਼ੈੱਲ, ਦੂਸਰਾ ਸ਼ੈੱਲ, ਤੀਸਰਾ ਸ਼ੈੱਲ ਅਤੇ ਚੌਥਾ ਸ਼ੈੱਲ ਵੀ ਉਸ ਵਿੱਚ ਆ ਜਾਂਦਾ ਹੈ। ਤਾਂ ਸਭ ਤੋਂ ਵੱਡਾ ਆਕਾਰ ਇਸ ਵਿੱਚ ਕਿਹਦਾ ਹੈਗਾ, ਪੋਟਾਸ਼ੀਅਮ ਦਾ। ਤਾਂ ਇਹਦੇ ਕਾਰਨ ਤੁਹਾਨੂੰ ਮੈਂ ਦੱਸ ਚੁੱਕਿਆ ਪਹਿਲਾਂ। ਤਾਂ ਇਸ ਵਿੱਚ ਜਿਹੜਾ 20ਵੇਂ ਦਾ ਉੱਤਰ ਜਿਹੜਾ ਆਪਣੇ ਆਵੇਗਾ ਸੱਸਾ ਆਵੇਗਾ, ਭਾਵ ਪੋਟਾਸ਼ੀਅਮ। ਤਾਂ 21ਵਾਂ ਪ੍ਰਸ਼ਨ ਆਪਾਂ ਨੂੰ ਪੁੱਛਿਆ ਕਿ ਮੈਂਡਲੀਵ ਦੀ ਆਵਰਤੀ ਸਾਰਣੀ ਵਿੱਚ ਕਿਹੜੇ ਤੱਤ ਮੌਜੂਦ ਨਹੀਂ ਹਨ। ਤਾਂ ਆਪਾਂ ਦੇਖਾਂਗੇ ਮੈਂਡਲੀਵ ਦੀ ਆਵਰਤੀ ਸਾਰਣੀ ਵੱਲ ਝਾਕਦੇ ਹਾਂ। ਵੈਸੇ ਇੱਕ ਗੱਲ ਤੁਹਾਨੂੰ ਦੱਸਦਾ ਵੀ ਨੋਬਲ ਗੈਸਾਂ ਦੀ ਜਿਹੜੀ ਹੈਗੀ ਹੈ ਉਹਨਾਂ ਬਾਰੇ ਸਿਰਫ ਆਧੁਨਿਕ ਆਵਰਤੀ ਸਾਰਣੀ ਵਿੱਚ ਦਰਜ ਕੀਤਾ ਗਿਆ, ਅਤੇ ਮੈਂਡਲੀਵ ਦੀ ਆਵਰਤੀ ਸਾਰਣੀ ਵਿੱਚ ਨੋਬਲ ਗੈਸਾਂ ਨੂੰ ਦਰਜ ਨਹੀਂ ਕੀਤਾ ਗਿਆ ਸੀ। ਇਹਦੇ ਜਿਹੜੀ ਸੱਸਾ ਆਪਸ਼ਨ ਹੈ ਹੀਲੀਅਮ ਅਤੇ ਨਿਓਨ, ਇਹ ਨੋਬਲ ਗੈਸਾਂ ਦੀ ਹੈ। ਬਾਕੀ 3 ਜਿਹੜੇ ਜੋੜੇ ਹੈਗੇ ਆਪਾਂ ਦੇਖਦੇ ਹਾਂ ਮੈਂਡਲੀਵ ਦੀ ਆਵਰਤੀ ਸਾਰਣੀ 'ਚ ਹੈਗੇ, ਜਿਵੇਂ ਪਹਿਲੇ ਨੰਬਰ 'ਤੇ ਲੀਥੀਅਮ ਹੈ, ਫਿਰ ਸੋਡੀਅਮ ਹੈ, ਫਿਰ ਆੜਾ 'ਚ ਫਲੋਰੀਨ ਅਤੇ ਕਲੋਰੀਨ ਹੈ, ਅਤੇ ਈੜੀ ਵਿੱਚ ਬੈਰੀਲੀਅਮ ਅਤੇ ਮੈਗਨੀਸ਼ੀਅਮ ਹੈ। ਦੇਖੋ ਮੈਂਡਲੀਵ ਦੀ ਆਵਰਤੀ ਸਾਰਣੀ ਵਿੱਚ ਲੀਥੀਅਮ ਵੀ ਹੈਗਾ, ਸੋਡੀਅਮ ਵੀ ਹੈਗਾ, ਫਿਰ ਇਸ ਵਿੱਚ ਫਲੋਰੀਨ ਵੀ ਹੈਗਾ, ਕਲੋਰੀਨ ਵੀ ਹੈਗਾ, ਫਿਰ ਇਸ ਵਿੱਚ ਬੈਰੀਲੀਅਮ ਅਤੇ ਮੈਗਨੀਸ਼ੀਅਮ ਵੀ ਹੈਗਾ। ਪਰ ਇਸ ਆਵਰਤੀ ਸਾਰਣੀ ਵਿੱਚ ਕਿਤੇ ਵੀ ਹੀਲੀਅਮ ਅਤੇ ਨਿਓਨ ਦਾ ਜ਼ਿਕਰ ਨਹੀਂ ਹੈਗਾ, ਜਿਹੜੀਆਂ ਕਿ ਆਪਣੀਆਂ ਨੋਬਲ ਗੈਸਾਂ ਹੈਗੀਆਂ, ਜਿਹੜੀਆਂ ਕਿਸੇ ਨਾਲ ਕਿਰਿਆ ਨਹੀਂ ਕਰਦੀਆਂ। ਇਸ ਲਈ ਆਪਣਾ 21ਵੇਂ ਦਾ ਜਿਹੜਾ ਉੱਤਰ ਆਵੇਗਾ ਉਹ ਆਵੇਗਾ ਸੱਸਾ, ਜਿਹਨੂੰ ਆਪਾਂ ਹੀਲੀਅਮ ਅਤੇ ਨਿਓਨ ਕਹਿੰਦੇ ਹਾਂ। ਹੁਣ 22ਵਾਂ ਪ੍ਰਸ਼ਨ ਆ ਗਿਆ ਕਿ ਆਧੁਨਿਕ ਆਵਰਤੀ ਸਾਰਣੀ ਵਿੱਚ ਵਰਗੀਕਰਨ ਦਾ ਆਧਾਰ ਕੀ ਹੈ। ਜਿਵੇਂ ਮੈਂਡਲੀਵ ਦੀ ਆਵਰਤੀ ਸਾਰਣੀ ਵਿੱਚ ਪਰਮਾਣੂ ਪੁੰਜ ਦਾ ਵਾਧਾ ਕ੍ਰਮ ਜਿਹੜਾ ਵਰਗੀਕਰਨ ਦਾ ਆਧਾਰ ਸੀਗਾ, ਪਰ ਆਧੁਨਿਕ ਆਵਰਤੀ ਸਾਰਣੀ ਵਿੱਚ ਪਰਮਾਣੂ ਅੰਕ ਦਾ ਵਾਧਾ ਕ੍ਰਮ ਜਿਹੜਾ ਹੈਗਾ ਵਰਗੀਕਰਨ ਦਾ ਆਧਾਰ ਹੈ। ਜੇ ਤੁਹਾਨੂੰ ਮੈਂ ਆਧੁਨਿਕ ਆਵਰਤੀ ਸਾਰਣੀ ਦਿਖਾਵਾਂ ਉਹਦੇ 'ਚ ਪਰਮਾਣੂ ਅੰਕ ਕਿਵੇਂ ਵੱਧਦਾ ਹੈ ਤੁਸੀਂ ਉਹ ਦੇਖੋ। ਜਿਵੇਂ ਜੇ ਆਪਾਂ ਇਸ ਦੇ ਵਿੱਚ ਉੱਪਰੋਂ ਪੀਰੀਅਡ ਵਿੱਚ ਦੇਖੀਏ, ਗਰੁੱਪ ਵਿੱਚ ਦੇਖੀਏ, ਤਾਂ ਪਹਿਲੇ ਗਰੁੱਪ ਵਿੱਚ ਪਰਮਾਣੂ ਅੰਕ ਜਿਹੜਾ ਹੈ 1 3 11 19 37
55 87 ਵੱਧ ਰਿਹਾ। तो जे एसलोट भी देख लीए आपां तो परमाणु अंक 19 20 21 22 23 24 इस तरह इतने 37 38 39 इस तरह 87 88 99 लगातार वध रहा उपरों एक तो लैके अखीर तक 118 तक। तो आधुनिक आवर्ती सारणी विच वर्गीकरण का आधार की सीगा? परमाणु अंक का वाधा क्रम। इसलिए 22वें का उत्तर आएगा आड़ा। 23वां प्रश्न आपां पूछा कि आपां जोड़ा दिखाया एक एक आधुनिक आवर्ती सारणी का। आपां इन्हां विचों पहचान करनी है कि 17वें ते 18वें ग्रुप के क्रमवार तत्त किहड़े-किहड़े हैगे आ। हुण इहदे विच देखांगे आपां नूं क्लोरीन अते सल्फर दस्सिआ, क्लोरीन अते आर्गन दस्सिआ, इस तरह फ्लोरीन अते ऑक्सीजन दस्सिआ, इस तरह हाइड्रोजन ते हीलीअम दस्सिआ। आपां चित्र चों ही देखांगे 17वें ते 18वें ग्रुप विच। तो आ अपने को चित्र है जिस 17वां ते 18वां ग्रुप दर्शाया गया, जबकि अपने को एक ऑप्शन सीगी क्लोरीन अते आर्गन। 17वें ते 18वें ग्रुप के ये हैगे अपने। तो इसलिए जिहड़ा इसका उत्तर आएगा अपना 23वें का उत्तर आएगा आड़ा, क्लोरीन अते आर्गन। इस तरह हुण 24वां प्रश्न आपां नूं पूछिआ कि इन्हां विचों किस तत्त दा धातवी गुण सब तो वध है। तो धातवी गुणां बारे भी तुहानूं दस्सिआ सीगा भी धातवी गुण जिहड़े आधुनिक आवर्ती सारणी विच खब्बे तो सज्जे जाण वेले घटदे है, पर उपरों हेठां जाण वेले धातवी गुण जिहड़े वधदे हन। तो आपां जे इत्थे पहले नंबर ते हाइड्रोजन है, फिर लीथियम है, फिर सोडियम है, पोटाशियम है, परमाणु के आकार की भी गल कीती सी। तो धातवी गुण भी जे आपां ग्रुप विच उपरों हेठां जावांगे धातवी गुण वधणगे। तो सब तो वध धातवी गुण किहदा होऊगा इस विचों? पोटाशियम का, क्योंकि जे आपां आधुनिक आवर्ती सारणी विच देखीए हाइड्रोजन, लीथियम, सोडियम, पोटाशियम, पोटाशियम चौथे नंबर पर है उन्हां चारों ऑप्शनां चों। तो इहदा धातवी गुण इन्हां तो वध होवेगा। इसलिए जिहड़ा अपना 24वें का उत्तर आ जाएगा वो आ जाएगा सस्सा भाव पोटाशियम। तो 25वां प्रश्न आपां नूं पुछया गया कि मैंडलवी की आवर्ती सारणी कदों अते कित्थे प्रकाशित हुई। अपनी किताब विच भी ये लिखिया होया, जिवें कि तुसीं इत्थे बिल्कुल आ शुरू च लिखिया देख रहे हैं कि मैंडलवी की आवर्ती सारणी 1872 विच जर्मन पत्रिका विच प्रकाशित हुई सी। तो जे तुसीं किताब पढ़ोगे तो तुहाडे जरूर उत्ते तुहानूं उत्तर मिलणगे। तो इसलिए 25वें का उत्तर जिहड़ा हैगा आड़ा आ जांदा 1872 जर्मन विच। हुण अपने को 4 ऑप्शन दित्तियां हैगियां। प्रश्न पूछा कि किस तत्त के बाहरी शैल विच एक इलैक्ट्रॉन है। तो ये जो तुसीं देखिया कि ईडी ऑप्शन जिहड़ी हैगी आ भाव सोडियम जिहड़ा हैगा, जे तुहानूं मैं उहदा चित्र दिखावां तो आ सोडियम है जिसका परमाणु अंक की सीगा 11। तो इस दे बाहरले शैल च एक इलैक्ट्रॉन है। इसलिए इन्हां चों जिहड़ा मैगनीशियम है अपना जिहड़ा सोडियम है वो सही उत्तर है 26वें का कि किस तत्त के बाहरी शैल विच एक इलैक्ट्रॉन है, ईडी उसका उत्तर आएगा। हुण हेठ लिखे तत्तां विचों अक्रियाशील तत्त किहड़ा है? अक्रियाशील तो भाव तुहानूं पहले ही दस चुके हैं नोबल तत्त जिहड़ा हैगा, जिहड़े 18वें ग्रुप विच स्थित हैगे आ आधुनिक आवर्ती सारणी दे। तो 18वें ग्रुप दे विच इन्हां विचों किहड़ा हैगा मौजूद हैगा? नियॉन मौजूद हैगा इस विचों। जे आपां देखीए भी ध्यान नाल इसनूं तुहानूं मैं आधुनिक आवर्ती सारणी दे विचों चित्र भी दिखा दिंदा। 18वां ग्रुप इस विच नियॉन मौजूद है। तो इसलिए ये अक्रियाशील ग्रुप है, सारे का सारा नोबल गैसां का ग्रुप है जिहड़ियां किसी नाल कोई क्रिया नहीं करदियां। ये वो तत्त है सारी अतत्त है, इन्हां नूं नोबल तत्त कहा गया। मतलब सारियां बाकी दियां धातां या अधातां चों किसी नूं नोबल नहीं कहा गया। सिर्फ 18वें ग्रुप विच जिन्ने भी तत्त मौजूद है उन्हां नूं नोबल तत्त कहा जाता है, जिहड़े किसी नाल क्रिया नहीं करते। तो अपने को इस प्रश्न का उत्तर जिहड़ा हैगा 27वें का वो नियॉन आ जाएगा। उस तो बाद 28वां प्रश्न है कि किसी तत्त की इलैक्ट्रोनैगेटिविटी किस तत्त की इलैक्ट्रोनैगेटिविटी वध है।